ਓਮ ਸ਼ਾਂਤੀ। ਸਤਿ ਸ੍ਰੀ ਅਕਾਲ। ਮੈਂ ਅਮਰਜੀਤ ਕੌਰ ਦੁਆ ਆਪ ਜੀ ਦੇ ਨਾਲ ਫਿਰ ਮਿਲ ਰਿਹਾ ਇਸ ਇੱਕ ਓਂਕਾਰ, ਇੱਕ ਪਰਮ ਪਿਤਾ, ਇੱਕ ਪਰਮਾਤਮਾ ਦੀ ਇਸ ਲੜ ਵਿੱਚ। ਅਤੇ ਅਸੀਂ ਜਪਜੀ ਸਾਹਿਬ ਦੀ ਖੋਜ ਕਰ ਰਹੇ ਹਾਂ ਅਤੇ ਅਸੀਂ ਬੜੀਆਂ ਵੱਡੀਆਂ ਗੱਲਾਂ ਸਮਝ ਰਹੇ ਹਾਂ, ਗਹਿਰਾਈ ਵਿੱਚ ਜਾ ਰਹੇ ਹਾਂ ਕਿ ਗੁਰੂ ਸਾਨੂੰ ਕੀ ਕਹਿ ਰਿਹਾ। ਅਤੇ ਜਿਉਂ ਅਸੀਂ ਗੁਰਬਾਣੀ ਦੀ ਖੋਜ ਕਰ ਰਹੇ ਜਪਜੀ ਸਾਹਿਬ ਰਾਹੀਂ, ਅਤੇ ਅਸੀਂ ਉਸ ਇੱਕ ਓਂਕਾਰ ਦੀ ਮਹਾਨ ਰੱਬ ਦੀ ਮਤਲਬ ਕਿ ਕਿੰਨੀ ਮਹਾਨ ਨੇ, ਕਿੰਨੀ ਮਤਲਬ ਕਿ ਅਸੀਂ ਜਿੰਨਾ ਮਰਜ਼ੀ ਬੋਲੀਏ ਉਸਨੂੰ ਉਸਦੀ ਸੀਮਾ ਨਹੀਂ ਪਾ ਸਕਦੇ। ਅਤੇ ਜੋ ਰੱਬ ਦੀਆਂ ਗੱਲਾਂ ਅਤੇ ਰੱਬ ਦੇ ਰਾਹ 'ਤੇ ਤੁਰੇ ਉਹਨਾਂ ਦੀ ਅੱਜ ਪਿਛਲੀ ਵਾਰੀ ਗੱਲ ਕਰ ਰਹੇ ਸਾਂ ਮਣੇ ਦੀ ਗੱਲ। ਅਤੇ ਮਣੇ ਰੱਬ ਦੀ ਗੱਲ ਨੂੰ ਮੰਨਣ ਵਾਲੇ ਜਿਹੜੀ ਸ਼ਰਧਾ ਜਿਹਦੇ ਵਿੱਚ ਬਹੁਤ ਉੱਚੀ ਹੈ, ਹਾਈ ਫੇਥ, ਔਰ ਰੱਬ ਦੀਆਂ ਕਹਿਣਾ ਮੰਨਦੇ ਨੇ ਅਤੇ ਰੱਬ ਦੀ ਰਾਹ 'ਤੇ ਟੁਰੇ ਨੇ, ਉਹਨਾਂ ਦੀਆਂ ਅਕਾਲ ਪੁਰਖ ਅਤੇ ਗੁਰੂ ਨਾਨਕ ਦੇਵ ਜੀ ਰਾਹੀਂ ਇੰਨੇ ਉਹਨਾਂ ਦੀ ਸਿਫਤ ਕੀਤਾ ਨੇ ਅਤੇ ਕਿ ਉਹਨਾਂ ਨੇ ਦੁਨੀਆ ਨੂੰ ਕਿਵੇਂ ਬਚਾਉਣੀ ਹੈ, ਆਪਣੇ ਪਰਿਵਾਰ ਨੂੰ ਵੀ ਮਤਲਬ ਲੰਘਾਉਣੀ ਹੈ, ਅਤੇ ਦੁਨੀਆ ਹਰ ਇੱਕ ਸਿੱਖ ਨੂੰ ਵੀ ਉਹਨਾਂ ਨੇ ਸਿਖਾਉਣੀ ਹੈ, ਅਤੇ ਮਤਲਬ ਰੋਲ ਮਾਡਲ ਬਣਨੀ ਹੈ। ਅਤੇ ਇੰਨੀ ਵੱਡੀ ਮਤਲਬ ਕਿ ਪ੍ਰੇਜ਼ ਕੀਤਾ ਨੇ ਗੁਰੂ ਨਾਨਕ ਦੇਵ ਜੀ ਨੇ ਮਣੇ ਨੂੰ। ਅਤੇ ਉੱਥੇ ਮਣੇ ਮਤਲਬ ਬ੍ਰਹਮ ਗਿਆਨੀ ਜਿਹੜੇ ਰੱਬ ਦੀ ਗੱਲ ਨੂੰ ਮੰਨਦੇ ਨੇ। ਇਹ ਤਾਂ ਬੜੀ ਵੱਡੀ ਗੱਲ ਹੈ ਨਾ। ਜੇ ਜਿਵੇਂ ਅਸੀਂ ਆਪਣੇ ਮਾਂ ਪਿਓ ਦੀ ਗੱਲ ਜਦੋਂ ਅਸੀਂ ਮੰਨਦੇ ਹਾਂ ਅਤੇ ਸਾਡਾ ਮਾਂ ਪਿਓ ਕਿੰਨੇ ਖੁਸ਼ ਹੁੰਦੇ ਨੇ, ਅਤੇ ਜੇ ਅਸੀਂ ਰੱਬ ਦੀ ਗੱਲ ਨੂੰ ਮੰਨੇ ਤਾਂ ਜ਼ਰੂਰ ਉਹ ਵੀ ਬੜੇ ਖੁਸ਼ ਹੋਣਗੇ। ਰੱਬ ਤਾਂ ਹਮੇਸ਼ਾ ਹੀ ਖੁਸ਼ ਨੇ, ਪਰ ਫਿਰ ਵੀ ਜੋ ਉਸਦੀ ਬੱਚੀ ਉਸਨੂੰ ਮਿਲਣ ਆ ਰਹੇ, ਉਸਨੂੰ ਯਾਦ ਕਰ ਰਹੇ, ਅਤੇ ਫਿਰ ਤਾਂ ਉਹ ਤਾਂ ਉਸ ਦੇ ਵਿੱਚ ਹੀ ਬਹੁਤ ਆਨੰਦ ਵਿੱਚ ਜ਼ਰੂਰ ਹੋਣਗੇ, ਹੈ ਨਾ। ਅਤੇ ਆਓ ਚਲੋ ਇਸ 6ਵੀਂ ਪੌੜੀ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਉਸ ਮਣੇ ਸੁਣੇ 4 ਪੌੜੀਆਂ ਗੁਰੂ ਨੇ ਕੀਤਾ ਅਤੇ ਮਣੇ ਦੇ 4 ਪੌੜੀਆਂ ਕੀਤੇ। ਉਸ ਇੱਕ ਓਂਕਾਰ ਨੂੰ ਫਿਰ ਸੁਣੀਏ ਰਲ ਕੇ, ਅਤੇ ਫਿਰ ਆਪਾਂ ਇੱਕ ਮੂਲ ਮੰਤਰ ਦੇ ਇੱਕ ਸ਼ਬਦ ਨੂੰ ਗੌਰ ਕਰਾਂਗੇ। ਜਦੋਂ ਅਸੀਂ ਉਚਾਰਾਂਗੇ, ਯਾਦ ਕਰਾਂਗੇ ਕਿ ਅਸੀਂ ਕੀ ਸਿੱਖਿਆ ਸੀ ਅਤੇ ਕੀ ਅਸੀਂ ਉਸ ਨੂੰ ਮੰਨ ਰਹੇ ਹਾਂ। ਫਿਰ ਇੱਕ ਵਾਰੀ ਯਾਦ ਦਿਲਾਉਂਦੀ ਹਾਂ, ਮੈਂ ਆਤਮਾ ਜੋਤੀ ਬਿੰਦੂ, ਤੂੰ ਪਰਮਾਤਮਾ ਜੋਤੀ ਬਿੰਦੂ, ਅਤੇ ਅਸੀਂ ਆਪਣੇ ਮਨ ਦੇ ਵਿੱਚ ਮਿਲ ਰਹੇ ਹਾਂ। ਅਤੇ ਜ਼ਰੂਰ ਮੁਸਕਰਾਈਓ, ਕਿਉਂਕਿ ਜਦ ਮੈਂ ਆਤਮਾ ਪਰਮਾਤਮਾ ਨੂੰ ਮਿਲ ਰਹੀ ਹਾਂ, ਉਸ ਮਹਾਨ ਸ਼ਖਸ ਨੂੰ, ਉਸ ਪਰਮ ਪਿਤਾ ਨੂੰ ਜੋ ਅਸੀਂ ਕਿੰਨੇ ਚਿਰਾਂ ਤੋਂ ਖੋਜ ਰਹੇ ਹਾਂ, ਅਤੇ ਹੁਣ ਅਸੀਂ ਉਸ ਦੇ ਨਾਲ ਗੋਬਿੰਦ ਮਿਲਨ ਕਰ ਰਹੇ ਹਾਂ ਮਨ ਦੇ ਵਿੱਚ। ਕਿੰਨੀ ਖੁਸ਼ੀ ਦੀ ਗੱਲ ਹੈ ਨਾ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਾਨ, ਪੰਚੇ ਸੋਏ ਦਰ ਰਾਜਾਨ, ਪੰਚਾ ਕਾ ਗੁਰ ਇੱਕ ਧਿਆਨ। ਪੰਚ ਦੀ ਗੱਲ ਹੋ ਰਹੀ ਹੈ ਹੁਣ 16th ਪੌੜੀ ਨੰਬਰ 16। ਇੱਥੇ ਪੰਚ ਦੀ ਗੱਲ ਹੋ ਰਹੀ ਹੈ। ਪੰਚ ਦਾ ਮਤਲਬ ਜਿਨ੍ਹਾਂ ਨੇ ਸੁਣੀਏ, ਮੰਨੀਏ, ਅਤੇ ਉਹ ਮਤਲਬ ਕਿ ਚੁਣੇ ਗਏ, ਹੁਣ ਪੰਚ ਵਿੱਚ ਆ ਗਏ, ਰੱਬ ਦੀ ਦਰਗਾਹ ਵਿੱਚ, ਉਹ ਰੱਬ ਦੀ ਕਮੇਟੀ ਵਿੱਚ ਆ ਗਏ। ਅਸੀਂ ਪੰਚ ਕਹਿੰਦੇ ਨੇ ਕਮੇਟੀ ਤੋਂ ਪਹਿਲਾਂ ਸੁਣੇ, ਮਣੇ, ਅਤੇ ਫਿਰ ਤੁਸੀਂ ਚੁਣੇ ਗਏ ਹੋ, ਤਾਂ ਰੱਬ ਦੀ ਦਰਗਾਹ ਵਿੱਚ ਤੁਸੀਂ ਚੁਣੇ ਗਏ ਹੋ। Those that have listened, believed, obeyed, those selected few are supreme and acceptable. They are the rare beings, the saints in the world and his court, and are ever honorable, for they are focused only on him and his word alone, and are ever humble. ਇਹ ਪੌੜੀ ਜਿਸ ਤਰ੍ਹਾਂ ਅਸੀਂ ਸੁਣਿਆ, ਦੇਖੋ ਪਹਿਲਾ ਹੈ ਪੜ੍ਹਨਾ, ਫਿਰ ਸੁਣੇ, ਫਿਰ ਮਣੇ, ਮੰਨਣ ਤੋਂ ਬਾਅਦ ਫਿਰ ਅਸੀਂ ਪੰਚ ਵਿੱਚ ਜਾਂਦੇ ਹਾਂ। ਅਤੇ ਇਹ ਪੰਚ ਇੱਥੇ ਤੇ ਪੰਚ ਪਰਵਾਨ ਪੰਚ ਪ੍ਰਧਾਨ, ਮਤਲਬ ਉਹ ਪ੍ਰਵਾਨ ਕੀਤਾ ਗਿਆ ਅਤੇ ਉਹ ਪ੍ਰਧਾਨ ਨੇ, ਮਤਲਬ ਕਿ ਰੱਬ ਦੇ ਦਰਗਾਹ ਦੇ ਵਿੱਚ ਉਹ ਚੁਣੇ ਗਏ, ਐਕਸੈਪਟੇਬਲ ਨੇ, ਅਤੇ ਇਲੈਕਟਡ ਨੇ, ਅਤੇ ਸਿਲੈਕਟਡ ਨੇ। ਪੰਚੇ ਪਾਵੇ ਦਰਗੇ ਮਾਨ, ਅਤੇ ਉਹ ਹੁਣ
ਰੱਬ ਦੇ ਦਰਗਾਹ ਦੇ ਵਿੱਚ ਮਾਣ ਪਾ ਰਹੇ। ਦੁਨੀਆ ਦੀ ਦਰਗਾਹ ਦੀ ਗੱਲ ਨਹੀਂ ਹੋ ਰਹੀ। ਜਿਹੜੇ ਅਸੀਂ ਰੱਬ ਦੇ ਦਰਗਾਹ ਵਿੱਚ ਮਾਣ ਪਾਈਏ, ਕਿੰਨੀ ਵੱਡੀ ਗੱਲ ਹੈ। ਦੁਨੀਆ ਵਿੱਚ ਅਸੀਂ ਮਾਣ ਪਾ ਕੇ ਖੁਸ਼ ਹੋ ਜਾਂਦੇ ਹਾਂ, ਪਰ ਅਲੈਗਜ਼ੈਂਡਰ ਵਰਗਾ ਦੁਨੀਆ ਵਿੱਚ ਮਾਣ ਪਾ ਕੇ ਵੀ ਸਰੀਰ ਨੂੰ ਛੱਡ ਕੇ ਹੀ ਜਾਣਾ। ਸਰੀਰ ਛੱਡ ਕੇ ਜਾਵਾਂਗੇ ਅਤੇ ਫਿਰ ਆਤਮਾ ਫਿਰ ਭਟਕੇਗੀ, ਕਿਉਂਕਿ ਰੱਬ ਦੇ ਦਰਗਾਹ ਵਿੱਚ ਪਾਉਣ ਦੀ ਗੱਲ ਹੈਗਾ ਜਿਹੜੇ ਅਸੀਂ ਜ਼ਿੰਦਗੀ ਵਿੱਚ ਧਿਆਨ ਹੀ ਨਹੀਂ ਕੀਤਾ। ਜੇ ਅਸੀਂ ਆਪਣਾ ਜ਼ਿੰਦਗੀ ਦਾ ਮਕਸਦ ਸਮਝਾਂਗੇ ਤਾਂ ਅਸੀਂ ਸਮਝ ਪਾਵਾਂਗੇ ਕਿ ਸਾਡੀ ਜ਼ਿੰਦਗੀ ਦਾ ਮਕਸਦ ਹੈ ਰੱਬ ਦੀ ਦਰਗਾਹ ਵਿੱਚ ਮਾਣ ਪਾਉਣਾ। ਅਤੇ ਰੱਬ ਦੀ ਦਰਗਾਹ ਵਿੱਚ ਜੇ ਮਾਣ ਪਾਉਣਾ ਤਾਂ ਫਿਰ ਰੱਬ ਦੀ ਹੀ ਗੱਲ ਸੁਣਨੀ ਪਏਗੀ। ਅਤੇ ਇਸ ਵਾਸਤੇ ਗੁਰਬਾਣੀ ਦੀ ਅਹਿਮੀਅਤ ਕਿੰਨੀ ਹੈ। ਅਤੇ ਕੀ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੀ ਸੋਚਿਆ ਵੀ ਕਿ ਅਸੀਂ ਰੱਬ ਦੀ ਗੱਲ ਸੁਣਾਂਗੇ, ਮੰਨਾਂਗੇ ਅਤੇ ਪੰਚ ਬਣਾਂਗੇ, ਪੰਚ ਵਿੱਚ ਆਵਾਂਗੇ? ਕਦੀ ਸੋਚਿਆ? ਜਦ ਗੁਰੂ ਨਾਨਕ ਅਸੀਂ ਇਹ ਗੁਰੂ ਨਾਨਕ ਦੀ ਇਹ ਪੌੜੀਆਂ ਅਸੀਂ ਰੋਜ਼ ਪੜ੍ਹਦੇ ਹਾਂ, ਜਪਦੇ ਹਾਂ ਉਸ ਨੂੰ, ਪਰ ਕਦੀ ਇੱਕ ਇੱਕ ਪੁਆਇੰਟ 'ਤੇ ਇੱਕ ਇੱਕ ਗੱਲ ਨੂੰ ਬਹਿ ਕੇ ਉਸ ਦੇ ਵਿੱਚ ਲਵਲੀਨ ਹੋ ਜਾਣਾ, ਉਸ ਦੀ ਗੱਲ ਨੂੰ ਸਮਝਣਾ। ਪੰਚੇ ਪਾਵੇ ਦਰਗੇ ਮਾਣ, ਕਿੰਨੀ ਵੱਡੀ ਗੱਲ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ। ਪੰਚੇ ਸੋਹੇ ਦਰ ਰਾਜਾਨ, ਮਤਲਬ ਰਾਜਾਵਾਂ ਦਾ ਰਾਜਾ ਵਿੱਚ ਉਹ ਆ ਜਾਂਦੇ ਨੇ, ਉਹਨਾਂ ਦਾ ਇੰਨੀ ਔਨਰ ਹੋ ਜਾਂਦੀ ਹੈ। They are the rare beings, the saints in the world and his court, and are ever honorable. ਕਿੰਨਾ ਮਤਲਬ ਕਿ ਰੱਬ ਦੀ ਦਰਗਾਹ ਵਿੱਚ ਚੁਣਿਆ ਗਿਆ, ਰੱਬ ਦੀ ਦਰਗਾਹ ਵਿੱਚ ਮਾਣ ਦਿੱਤਾ ਗਿਆ, ਅਤੇ ਉਹ ਰੱਬ ਦੀ ਦਰਗਾਹ ਵਿੱਚ ਉਹ ਰਾਜਾਨ ਵਰਗਾ ਪ੍ਰਾਪਤ ਕੀਤਾ ਦਰਗਾਹ। ਅਤੇ ਪੰਚਾ ਕਾ ਗੁਰ ਇੱਕ ਧਿਆਨ, ਕਿਉਂ? ਕਿਉਂਕਿ ਉਹ ਸਾਰੇ ਪੰਚ ਕੀ ਕਰਦੇ ਨੇ? ਇੱਕ ਗੁਰ ਦੀ ਧਿਆਨ ਕਰਦੇ ਨੇ, ਹੋਰ ਕੁਛ ਨਹੀਂ। ਮਤਲਬ ਉਹਨਾਂ ਨੇ ਗੁਰੂ ਦੀ ਗੱਲ ਨੂੰ ਮੰਨਣੀ ਹੈ ਅਤੇ ਗੁਰੂ ਦੀ ਗੱਲ ਨੂੰ ਸਮਝਣੀ ਹੈ ਅਤੇ ਆਪਣੇ ਆਪ ਨੂੰ ਨਿਉਣਿਆ ਕਿ ਇਹ ਨਹੀਂ ਕਿ ਮੈਂ ਵੱਡਾ ਹੈ ਅਹੰਕਾਰ ਵਿੱਚ, ਉਹ ਨਹੀਂ। ਇੱਥੇ ਬਹੁਤ ਹੀ ਪਿਆਰ ਦੇ ਨਾਲ ਇੱਕ ਦਾ ਧਿਆਨ ਕਰਦੇ ਨੇ। ਇੱਥੇ ਇਸ ਵੇਲੇ ਕੋਈ ਪੰਚ ਜਿਹੜੇ ਨੇ ਜ਼ਰੂਰ ਨਹੀਂ ਕਿ ਪ੍ਰਚਾਰਕ ਹੀ ਹੋਣ, ਜ਼ਰੂਰ ਨਹੀਂ ਕਿ ਅਸੀਂ ਕਈ ਵਾਰੀ ਸਮਝਦੇ ਹਾਂ ਕਿ ਹਰ ਇੱਕ ਪ੍ਰਚਾਰਕ ਹੀ ਪੰਚ ਹੈ। ਨਹੀਂ, ਇਹ ਗੱਲ ਨਹੀਂ ਹੈ। ਗੁਰੂ ਨੇ ਇਹ ਨਹੀਂ ਆਖਿਆ ਕਿ ਪ੍ਰਚਾਰ ਕਰਨੀ ਪੈਂਦੀ ਹੈ। ਹਰ ਇੱਕ ਦੀ ਆਪਣੀ ਜ਼ਿੰਦਗੀ ਦੀ ਅਲੱਗ ਅਲੱਗ ਮਕਸਦ ਹੈ। ਕਈਆਂ ਨੂੰ ਰੋਲ ਮਿਲਿਆ ਪ੍ਰਚਾਰ ਕਰਨ ਦੀ, ਟੀਚਰ ਬਣਨ ਦੀ। ਹੁਣ ਹਰ ਇੱਕ ਥੋੜ੍ਹਾ ਟੀਚਰ ਹੈ। ਜੋਬਸ ਤੇ ਦੁਨੀਆ ਵਿੱਚ ਇੰਨੇ ਨੇ, ਪਰ ਗੱਲ ਹੈ ਉਸ ਦੀ ਗੱਲ ਨੂੰ ਮੰਨਣਾ ਅਤੇ ਉਸ ਦੀ ਗੱਲ ਨੂੰ ਜਿਉਣਾ ਅਤੇ ਉਸ ਦੇ ਨਾਲ ਲਿਵ ਲਗਾਉਣੀ। ਜੇ ਅਸੀਂ ਉਸ ਦੇ ਨਾਲ ਲਿਵ ਲਗਾ ਕੇ ਘਰ ਰੋਟੀ ਪਕਾਈਏ ਜਾਂ ਆਪਣਾ ਬਿਜ਼ਨਸ ਕਮਾਈਏ ਅਤੇ ਬਿਜ਼ਨਸਮੈਨ ਬਣੀਏ, ਫਿਰ ਹੀ ਹੋ ਸਕਦਾ ਹੈ। ਹਾਂ, ਥੋੜ੍ਹਾ ਮੁਸ਼ਕਿਲ ਹੈ, ਕਿਉਂਕਿ ਦੁਨਿਆਵੀ ਚੱਕਰ ਵਿੱਚ ਜਦੋਂ ਅਸੀਂ ਫਸ ਜਾਂਦੇ ਹਾਂ ਪੈਸੇ ਕਮਾਉਣ ਵਿੱਚ, ਦੁਨੀਆ ਦੀ ਸੰਗਤ, ਉਹ ਜਿਹੀ ਸੰਗਤ ਮਿਲਦੀ ਹੈ ਜਿਹੜਾ ਕਿ ਰੱਬ ਨਾਲ ਸਾਨੂੰ ਨਹੀਂ ਜੋੜਦਾ, ਫਿਰ ਥੋੜ੍ਹਾ ਮੁਸ਼ਕਿਲ ਜ਼ਰੂਰ ਹੁੰਦਾ। ਜੇ ਅਸੀਂ ਆਪਣਾ ਸੰਗਤ ਰੱਖੀਏ ਗੁਰਮੁਖਾਂ ਦੇ ਨਾਲ, ਰੱਬ ਦੀਆਂ ਸੰਗਤਾਂ ਦੇ ਨਾਲ, ਜਿਹੜੇ ਸਤਸੰਗ ਪਸੰਦ ਕਰਦੇ ਨੇ, ਅਤੇ ਜ਼ਰੂਰ ਸਾਨੂੰ ਜ਼ਿਆਦਾ ਮੌਕਾ ਮਿਲਦਾ ਫਿਰ ਪੰਚ ਬਣਨ ਵਰਗਾ। ਸਾਨੂੰ ਰੱਬ ਦੀ ਕਹਿਣਾ, ਰੱਬ ਦੀ ਸੁਣਾਂਗੇ, ਮੰਨਾਂਗੇ, ਪੰਚ ਬਣਾਂਗੇ, ਉਹ ਜ਼ਿਆਦਾ ਆਫਕੋਰਸ ਜ਼ਿਆਦਾ ਚਾਂਸ ਮਿਲੇਗਾ। ਇਹ ਸਾਡੀ ਆਪਣੀ ਕਰਮ ਹੈ ਅਤੇ ਸਾਡੀ ਆਪਣੀ ਚੋਇਸ ਹੈ ਕਿ ਅਸੀਂ ਕਿਵੇਂ ਇਸ ਰਾਹ 'ਤੇ ਟੁਰਾਂਗੇ ਅਤੇ ਕੀ ਅਸੀਂ ਕਰਾਂਗੇ। ਪੌੜੀ ਨੰਬਰ 16 ਦੇ ਅੱਗੋਂ ਪੰਕਤੀਆਂ ਪੜ੍ਹੀਏ। ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਨੇ ਨਹੀਂ ਸ਼ੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੇ ਸਚਿਆਰ, ਤਵਲੇ ਉੱਪਰ ਕੀਤਾ ਪਾਰ, ਧਰਤੀ ਹੋਰ ਪਰੇ ਹੋਰ ਹੋਰ, ਤਿਸਤੇ ਪਾਰ ਤਲੇ ਕਵੰਜੋਰ। ਇਸ ਪੰਨੇ ਵਿੱਚ ਅਸੀਂ ਇੱਥੇ ਤੱਕ ਪੜ੍ਹਾਂਗੇ। ਇੰਗਲਿਸ਼ ਵਿੱਚ ਥੋੜ੍ਹਾ ਇਸ ਨੂੰ ਹੌਲੀ ਹੌਲੀ ਪੜ੍ਹਾਂਗੇ। And yet, even then, it does not mean that even such rare beings can fully narrate, reflect, or count his unfathomable vastness.
For the foundation of all is piety, which cannot be complete without compassion and contentment, which is what marks true religiousness. ਇਹ ਪਹਿਲੀ ਦੋ ਲਾਈਨਸ ਦੇ ਮੀਨਿੰਗ ਦੱਸਿਆ ਗਿਆ ਹੈ। ਜੇ ਕੋ ਕਹੇ ਕਰੇ ਵਿਚਾਰ, ਮਤਲਬ ਕਿ ਪੰਚ ਬਣ ਕੇ ਵੀ ਅਸੀਂ ਉਸ ਦੀ ਵਡਿਆਈ ਨਹੀਂ ਕਰ ਪਾਵਾਂਗੇ। ਉਸ ਦੀ ਜਿੰਨੀ ਉਹ ਵੱਡੇ ਨੇ, ਜਿੰਨੀ ਉਹ ਮਤਲਬ ਵਾਸਟ ਹੈ, ਜਿੰਨੀ ਉਸ ਦੀ ਗਹਿਰਾਈ ਹੈ, ਜਿੰਨੀ ਅਸੀਂ ਪੰਚ ਬਣ ਕੇ ਵੀ ਉਸ ਦੀ ਕਹਿਣਾ ਮੰਨੇ, ਉਸ ਦੀ ਦਰਗਾਹ ਵਿੱਚ ਆਏ, ਫਿਰ ਵੀ ਅਸੀਂ ਉਹਦੇ ਵਰਗਾ ਤਾਂ ਨਹੀਂ। ਇਸ ਵਾਸਤੇ ਉਸ ਦੀ ਵਡਿਆਈ ਫਿਰ ਵੀ ਅਸੀਂ ਇੰਨਾ ਨਹੀਂ ਕਰ ਪਾਵਾਂਗੇ। ਕਰਤੇ ਕਹਿ ਕਰਨਾ ਨਹੀਂ ਸ਼ੁਮਾਰ, ਮਤਲਬ ਕਿ ਇੱਥੇ ਮੇਨ ਜਿਹੜੀ ਗੱਲ ਹੈ ਕਿ ਅਸੀਂ ਉਸ ਦੀ ਵਡਿਆਈ, ਉਸ ਦੀ ਕ੍ਰੀਏਟਰ ਜਿਹੜਾ ਹੈ, ਕ੍ਰੀਏਟਿੰਗ ਕਰ ਰਿਹਾ ਹੈ, ਜਿਹੜਾ ਅਸੀਂ ਉਸ ਨੂੰ ਸਮਝ ਨਹੀਂ ਪਾਵਾਂਗੇ। ਜਿੰਨਾ ਮਰਜ਼ੀ ਅਸੀਂ ਹੁਸ਼ਿਆਰ ਹੋਈਏ, ਜਿੰਨਾ ਮਰਜ਼ੀ ਅਸੀਂ ਸੂਰਮਾਰ ਹੋਏ, ਤਾਕਤਵਰ ਹੋਈਏ, ਫਿਰ ਵੀ ਅਸੀਂ ਕਰਤੇ ਕਹਿ ਕਰਨੇ ਨਹੀਂ ਸ਼ੁਮਾਰ, ਮਤਲਬ ਅਸੀਂ ਉਸ ਨੂੰ ਉਸ ਦੀ ਵਡਿਆਈ, ਉਸ ਦੀ ਤਾਕਤ ਨੂੰ ਸੀਮਾ ਨਹੀਂ ਪਾਵਾਂਗੇ। ਜਿੰਨਾ ਸਿਆਣੇ ਅਸੀਂ ਹੋਈਏ ਤਾਂ ਵੀ। ਤੌਲ ਧਰਮ ਦਇਆ ਕਾ ਪੁੱਤ, ਇੱਥੇ ਫਿਰ ਗੁਰੂ ਜੀ ਨੇ ਗੱਲ ਕੀਤੀ ਹੈ ਕਿ ਅਸੀਂ ਮਤਲਬ ਪੁਰਾਣੇ ਜ਼ਮਾਨੇ ਵਿੱਚ ਸਮਝਦੇ ਸਨ ਕਿ ਧਰਤੀ ਨੂੰ ਬੈਲ ਨੇ, ਬੁੱਲ ਨੇ ਚੁੱਕਿਆ ਹੋਇਆ ਤੌਲ, ਅਤੇ ਇੱਥੇ ਗੁਰੂ ਕਹਿੰਦੇ ਨੇ ਕਿ ਤੌਲ ਜਿਹੜਾ ਹੈ ਨਾ ਉਹ ਧਰਮ ਹੈ। ਮਤਲਬ ਰੱਬ ਦੇ ਨਾਲ ਜੇ ਦੁਨੀਆ ਨੂੰ ਚੁੱਕਿਆ ਹੈ, ਮਤਲਬ ਇੱਥੇ ਮਤਲਬ ਫਾਊਂਡੇਸ਼ਨ ਜਿਹੜਾ ਪਿਲਰ ਜਿਹੜੇ ਦੁਨੀਆ ਨੂੰ ਚੁੱਕਿਆ ਹੈ, ਉਹ ਗੁਰੂ ਨੇ ਕਿਹਾ ਸਭ ਤੋਂ ਮੇਨ ਜਿਹੜੀ ਗੱਲ ਹੈ ਕਿ ਉਹ ਹੈ ਧਰਮ। ਧਰਮ ਇੱਥੇ ਮਤਲਬ ਰਿਲੀਜਨ ਨਹੀਂ ਹੈਗਾ, ਇੱਥੇ ਮਤਲਬ ਰੱਬ ਦੇ ਨਾਲ ਡਾਇਰੈਕਟ ਕਨੈਕਸ਼ਨ। ਦਇਆ ਕਾ ਪੁੱਤ, ਅਤੇ ਫਿਰ ਦਇਆ ਵੀ ਨਾਲ ਨਾਲ ਉਹਦੀ ਪੁੱਤਰ, ਮਤਲਬ ਕਿ ਸਾਨੂੰ ਦਇਆ ਅਤੇ ਮਰਸੀ, ਕੰਪੈਸ਼ਨ ਲਿਆਉਣੀ ਪਏਗੀ ਉਸ ਸ਼ੁੱਧਤਾ ਦੇ ਵਿੱਚ, ਤਾਂ ਅਤੇ ਅਸੀਂ ਉਹ ਧਰਮ ਹੈਗਾ ਅਤੇ ਉਹ ਫਾਊਂਡੇਸ਼ਨ ਹੈ, ਉਹ ਧਰਤੀ ਨੂੰ ਚੁੱਕੇਗੀ। ਮਤਲਬ ਸਾਡੇ ਵਿੱਚ ਇਹੋ ਜਿਹੇ ਗੁਣ ਆਉਣੀ ਪਏਗੀ। ਅਸੀਂ ਸੋਚੀਏ ਕਿ ਸਾਡੀ ਜ਼ਿੰਦਗੀ ਵਿੱਚ ਅਸੀਂ ਕਦੀ ਕਿਸੇ ਸਾਨੂੰ ਲੱਗਦਾ ਹੈ ਕਿ ਅਸੀਂ ਇੰਨੇ ਦਇਆਲੂ ਹੈ। ਛੋਟੇ ਛੋਟੇ ਗੱਲਾਂ ਤੋਂ ਅਸੀਂ ਦਇਆ ਤੋਂ ਦੂਰ ਹੋ ਜਾਂਦੇ ਹਾਂ। ਅਸੀਂ ਕਦੀ ਕਿਸੇ ਦੇ ਨਾਲ ਦਇਆ, ਮਤਲਬ ਕਿ ਇੰਨਾ ਕਿ ਉਹ ਸਾਡੇ ਨਾਲ ਜੋ ਮਰਜ਼ੀ ਕਰੇ ਅਸੀਂ ਉਸ ਦੇ ਨਾਲ ਅੱਛਾ ਹੀ ਪੇਸ਼ ਕਰੀਏ, ਕਦੀ ਐਸਾ ਕੀਤਾ ਹੈ? ਦਇਆ ਦੇ ਭਰਪੂਰ ਹਾਂ ਕਿ ਅਸੀਂ ਮਰਸੀ ਦੀ ਗੱਲ ਕਰਨੇ ਹਾਂ, ਪਰ ਇਹ ਬਹੁਤ ਹੀ ਵੱਡੀ ਗੱਲ ਹੈ ਦਇਆਲੂ ਬਣਨਾ, ਅਤੇ ਇਹ ਧਰਮ ਦਾ ਪੁੱਤਰ ਹੈ। ਜੇ ਅਸੀਂ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਾਂ, ਰੱਬ ਦੇ ਪਿਆਰੇ ਸਮਝਦੇ, ਅਤੇ ਸਾਡੇ ਵਿੱਚ ਉਹ ਦਇਆ ਦਾ ਗੁਣ ਜ਼ਰੂਰ ਹੋਣੀ ਚਾਹੀਦੀ। ਸੰਤੋਖ ਥਾਪ ਰੱਖਿਆ ਜਿਨ ਸੂਤ, ਅਤੇ ਇੱਥੇ ਹੋਰ ਗੁਣ ਅਕਾਲ ਪੁਰਖ ਸਪਸ਼ਟ ਕਰ ਰਹੇ ਨੇ ਕਿ ਸੰਤੋਖ ਵੀ ਇੱਕ ਹੋਰ ਪੁੱਤਰ ਹੈ, ਮਤਲਬ ਦਇਆ ਅਤੇ ਸੰਤੁਸ਼ਟਤਾ। ਕਿਉਂਕਿ ਜੇ ਅਸੀਂ ਸੰਤੁਸ਼ਟ ਹੋਈਏ, ਮਤਲਬ ਰੱਜ ਸਾਡੇ ਵਿੱਚ ਹੋਈਏ, ਫਿਰ ਅਸੀਂ ਦਇਆ ਕਰ ਪਾਵਾਂਗੇ ਕਿਸੇ ਦੇ ਨਾਲ, ਨਹੀਂ ਤਾਂ ਦਇਆ ਨਿਕਲੇਗੀ ਨਹੀਂ। ਅਤੇ ਇਸ ਵਾਸਤੇ ਸੰਤੁਸ਼ਟ ਵੀ ਹੋਣੇ ਆ। ਸੰਤੋਖ ਥਾਪ ਰੱਖਿਆ ਜਿਨ ਸੂਤ, ਇਹ ਦੁਨੀਆ ਦੀ ਸ੍ਰਿਸ਼ਟੀ ਨੂੰ ਲਾਈਨ ਵਿੱਚ ਰੱਖੇਗੀ। ਜਿਹੜਾ ਅਸੀਂ ਕਹਿੰਦੇ ਹਾਂ ਨਾ, ਇੱਥੇ ਕਹਿੰਦੇ ਨੇ ਦ ਫਾਊਂਡੇਸ਼ਨ ਜਿਹੜੀ ਹੈ ਉਹ ਪਿਓਰਿਟੀ ਦੀ ਹੈਗੀ ਹੈ, ਜਿਹਦੇ ਬਿਨਾਂ ਅਸੀਂ ਕੰਪਲੀਟ ਨਹੀਂ ਗਏ। ਕੰਪੈਸ਼ਨ ਐਂਡ ਕੰਟੈਂਟਮੈਂਟ ਜਿਹੜੀ ਹੈ ਨਾ, ਇਹ ਧਰਮ ਦੀ ਬੁਨਿਆਦ ਹੈ, ਧਰਮ ਦੇ ਬੱਚੇ ਨੇ। ਐਂਡ ਦੀਜ਼ ਨਰੇਸ਼ਨਸ ਕੈਨ ਬੀ ਕੰਪੇਅਰ ਟੂ ਦ ਮਿਸਟੀਕਲ ਬੁੱਲ ਔਰ ਇਟਸ ਆਫਸਪ੍ਰਿੰਗ, ਅਤੇ ਇਹ ਅਸੀਂ ਕੰਪੇਅਰ ਕਰ ਸਕਦੇ ਹਾਂ ਕਿ ਇਹ ਬੁਨਿਆਦ ਹੈ ਜਿਹੜਾ ਕਿ ਪੂਰਾ ਧਰਮ, ਪੂਰਾ ਧਰਤੀ ਨੂੰ ਔਡਰ ਵਿੱਚ ਰੱਖ ਰਿਹਾ। ਜੇ ਸਾਡੇ ਵਿੱਚ ਕੰਪੈਸ਼ਨ ਹੈ, ਮਤਲਬ ਸੰਤੋਖ ਹੈ, ਅਤੇ ਦਇਆ ਹੈ, ਅਤੇ ਧਰਮ ਇਸ ਨੂੰ ਕਹਿੰਦੇ ਹਾਂ। ਗੁਰੂ ਨੇ ਬੜੇ ਪਿਆਰ ਦੇ ਨਾਲ ਕੰਪੇਅਰ ਕੀਤਾ ਹੈ। ਜੇ ਕੋਈ ਬੁੱਝਿਆ ਹੋਵੇ ਸੱਚਿਆਰ, ਅਤੇ ਗੁਰੂ ਕਹਿੰਦੇ ਨੇ ਜੇ ਕੋਈ ਇਸ ਨੂੰ ਬੁੱਝ ਜਾਵੇ, ਜੇ ਕੋਈ ਇਸ ਨੂੰ ਸਮਝ ਜਾਵੇ, ਉਹੀ ਉਹ ਸੱਚਿਆਰ ਹੈ। ਤਬਲੇ ਉੱਪਰ ਕੀਤਾ ਪਾਰ, ਕਿਉਂਕਿ ਉਸ ਦੇ ਉੱਤੇ ਫਿਰ ਉਹ
ਭਾਰ ਮਤਲਬ ਉਸ ਦੇ ਉੱਤੇ ਉਹ ਗੱਲ ਫਿਰ ਉਹੀਓ ਕਰ ਪਾਏਗਾ, ਉਹੀਓ ਚੁੱਕ ਪਾਏਗਾ ਇਹ ਧਰਤੀ ਦਾ ਖੇਡ ਨੂੰ ਆਰਡਰ ਵਿੱਚ ਲਿਆਉਣ ਵਾਸਤੇ ਉਸ ਦੀ ਜ਼ਿੰਮਾ ਬਣ ਜਾਂਦੀ ਹੈ। ਇੰਗਲਿਸ਼ ਟ੍ਰਾਂਸਲੇਸ਼ਨ ਪੜ੍ਹੀਏ। Anyone who understands is enlightened is the true seeker, because how much load there is to be carried. How can a mere bull carry it? All myths, for who then carries the bull? And to know that beyond this earth there are other realms, and what power is that which supports and holds all these realms? ਇੱਥੇ ਗੁਰੂ ਨੇ ਹਿੰਦੂਆਂ ਦਾ ਅਤੇ ਹੋਰ ਧਰਮ ਦਾ ਜਿਹੜਾ ਮਿਥ ਸੀ, ਮਾਈਥੋਲੋਜੀ ਸੀ, ਜਿਹੜਾ ਕਿ ਬੁੱਲ ਧੌਲ ਹੈ ਜਿਹੜਾ ਧਰਤੀ ਚੁੱਕਦਾ ਹੈ, ਉਹ ਗਲਤ ਹੈ। ਕਿਉਂਕਿ ਗੁਰੂ ਕਹਿੰਦੇ ਜੇ ਇੱਕ ਧਰਤੀ ਨੂੰ ਇੱਕ ਧੌਲ ਨੇ ਚੁੱਕਿਆ ਅਤੇ ਬਾਕੀ ਧਰਤੀਆਂ ਨੂੰ ਕਿਸ ਨੇ ਚੁੱਕਿਆ? ਅਤੇ ਗੁਰੂ ਕਹਿੰਦੇ ਨੇ ਅਸਲੀ ਧਰਮ ਨੂੰ ਚੁੱਕਿਆ, ਧਰਤੀ ਨੂੰ ਚੁੱਕਿਆ, ਧਰਤੀ ਨੂੰ ਠੀਕ ਕਰਨ ਵਾਲੇ ਅਸਲੀ ਇਹ ਗੁਣ ਨੇ ਸੰਤੋਖ ਅਤੇ ਦਇਆ। ਅਤੇ ਇਹ ਉਸ ਨੂੰ ਸਮਝ ਹੈ ਜੋ ਸੱਚਿਆਰਾ ਹੈ, ਕਿਉਂਕਿ ਤਬਲਾ ਉੱਪਰ ਕੀਤਾ ਭਾਰ, ਹੋਰ ਉਸ ਦੇ ਉੱਤੇ ਫਿਰ ਜ਼ਿਆਦਾ ਭਾਰ ਪਏਗਾ ਤਾਂ ਫਿਰ ਉਹ ਕਿਵੇਂ ਚੁੱਕੇਗਾ? ਧਰਤੀ ਹੋਰ ਪਰੇ ਹੋਰ ਅਤੇ ਇੱਕ ਧਰਤੀ ਥੋੜ੍ਹੇ ਇੰਨੇ ਧਰਤੀਆਂ ਨੇ ਅਤੇ ਇਸ ਵਿੱਚ ਭਾਰ ਤਲੇ ਕਵੰਜੋਰ, ਫਿਰ ਉਸ ਦੇ ਉੱਤੇ ਇੰਨਾ ਜ਼ੋਰ ਪਏਗਾ ਤਾਂ ਇਹ ਕਿਵੇਂ ਚੁੱਕ ਪਾਏਗਾ? ਤਾਂ ਉਸ ਮਾਈਥੋਲੋਜੀ ਨੂੰ ਗੁਰੂ ਜੀ ਨੇ ਖ਼ਤਮ ਕੀਤਾ ਕਿ ਇਹ ਕੋਈ ਧਰਤੀ ਨੂੰ ਧੌਲ ਨਹੀਂ ਚੁੱਕਿਆ, ਕਿਉਂਕਿ ਉਸ ਜ਼ਮਾਨੇ ਵਿੱਚ ਦੁਨੀਆ ਕਿਵੇਂ ਸੀ ਉਹ ਕਿਸੇ ਨੂੰ ਨਹੀਂ ਸੀ ਪਤਾ। ਸਾਰੇ ਆਪਣੇ ਆਪਣੇ ਵਿਚਾਰ ਵਿੱਚ ਸਨ। ਹੁਣ ਤਾਂ ਸਾਨੂੰ ਸਾਇੰਸ ਹੈ ਦੱਸਣ ਵਾਲੀ ਕਿ ਸਾਨੂੰ ਪਤਾ ਹੈ ਕਿ ਕੀ ਹੋ ਰਿਹਾ, ਧਰਤੀ ਘੁੰਮ ਰਿਹਾ, ਟਿੱਕੀ ਹੋਈ ਹੈ, ਗ੍ਰੈਵੀਟੇਸ਼ਨਲ ਕੋਈ ਫੋਰਸ ਹੈ, ਐਨਰਜੀ ਹੈ ਜੋ ਧਰਤੀ ਨੂੰ ਹਰ ਇੱਕ ਮਤਲਬ ਗੈਲੈਕਸੀ ਵਿੱਚ ਹਰ ਇੱਕ ਸਟਾਰ ਨੂੰ ਟਿੱਕੀ ਹੋਈ ਹੈ, ਦੁਨੀਆ ਵਿੱਚ ਸਨ ਵੀ ਟਿੱਕੀ ਹੋਈ ਹੈ। ਮੇਨ ਹੈ ਗੁਰੂ ਜੀ ਕਹਿੰਦੇ ਨੇ ਪੰਚ ਬਣਨ ਵਾਲਾ ਉਹੀ ਉਹ ਸੱਚਿਆਰ ਹੈ, ਜਿਹੜੇ ਕਿਵ ਸੱਚਿਆਰਾ ਹੋਈ ਹੈ ਪਹਿਲੀ ਪੌੜੀ ਵਿੱਚ ਗੱਲ ਕੀਤੀ ਸੀ, ਅਤੇ ਫਿਰ ਚੌਥੀ ਪੌੜੀ ਵਿੱਚ ਅਸੀਂ ਸਪਸ਼ਟ ਕੀਤਾ ਸੀ ਕਿ ਅੰਮ੍ਰਿਤ ਵੇਲਾ ਕਰਾਂਗੇ ਅਤੇ ਸੱਚਿਆਰ ਬਣਾਂਗੇ। ਅਤੇ ਇੱਥੇ ਗੁਰੂ ਕਹਿੰਦੇ ਨੇ ਕਿ ਜੋ ਗੁਰੂ ਦੀ ਗੱਲ ਨੂੰ ਮੰਨਣੇ ਅਤੇ ਪੰਜ ਵਿੱਚ ਆਉਂਦੇ ਨੇ ਉਹਨੂੰ ਸੱਚਿਆਰ ਕਹਿੰਦੇ ਨੇ। ਜੇ ਕੋ ਬੁੱਝਿਆ ਹੋਵੇ ਸੱਚਿਆਰ, ਇਹ ਬੜੀ ਵੱਡੀ ਲਾਈਨ ਹੈ। ਜੇ ਕੋ ਬੁੱਝਿਆ ਹੋਵੇ ਸੱਚਿਆਰ, ਜਿਸ ਨੇ ਇਹ ਗੱਲ ਨੂੰ ਬੁੱਝ ਲਈ, ਜੋ ਪੰਜ ਵਿੱਚ ਆ ਗਿਆ, ਉਸ ਨੂੰ ਇਹ ਸਾਰੀਆਂ ਗੱਲਾਂ ਆਟੋਮੈਟਿਕਲੀ ਸਮਝ ਆਏਗੀ, ਪੜ੍ਹਨ ਦੀ ਲੋੜ ਨਹੀਂ ਪਏਗੀ। ਮਤਲਬ ਸੰਤ ਮਹਾਤਮਾ ਦੀ ਇੰਨੀ ਸਿਫਤ ਹੈ ਕਿ ਉਹ ਪ੍ਰੋਫੈਸਰ ਨਾਲੋਂ ਡਾਕਟਰ ਨਾਲੋਂ ਵੀ ਵੱਧ ਕੇ ਗੁਰੂ ਦੀ ਨਜ਼ਰ ਵਿੱਚ ਰੱਬ ਦੀ ਦਰਗਾਹ ਵਿੱਚ ਕਿੰਨੀ ਅਹਿਮੀਅਤ ਹੈ। ਅਤੇ ਕਿਉਂ ਨਾ ਅਸੀਂ ਰੱਬ ਵੱਲ ਟੁਰੀਏ, ਰੱਬ ਦੀ ਕਹਿਣਾ ਮੰਨੀਏ। ਚਲੋ ਟਾਈਮ ਨੂੰ ਰੱਖਦੇ ਹੋਏ ਅਗਲੀ ਘੜੀ ਜ਼ਰੂਰ ਆਉਣਾ, ਜ਼ਰੂਰ ਹੋਰ ਅੱਗੋਂ ਸੁਣਨਾ। ਅਸੀਂ ਬਹੁਤ ਅੱਛੀ ਗੱਲ ਕਰ ਰਹੇ ਹਾਂ, ਰਲ ਕੇ ਸਤਸੰਗ ਕਰ ਰਹੇ ਹਾਂ ਉਸ ਇੱਕ ਓਂਕਾਰ ਇੱਕ ਪਰਮਾਤਮਾ ਦੀ ਗੱਲ। ਥੈਂਕ ਯੂ, ਆਪ ਆਏ ਅੱਜ, ਅਸੀਂ ਰਲ ਕੇ ਇੰਨਾ ਸੋਹਣਾ ਵਿਚਾਰ ਕੀਤਾ। ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ।